ਕਿੰਜ ਚਲੀਏ ਪਰਦੇਸ ਪ੍ਰੋਗਰਾਮ 'ਚ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਡਾਕਟਰ ਅਮਨਦੀਪ ਮੌਜ ਲੁਧਿਆਣਾ ਵਿਖੇ ਐਮੀਗ੍ਰੇਸ਼ਨ ਪ੍ਰੋਫੈਸ਼ਨਲ ਇਮੀਗ੍ਰੇਸ਼ਨ ਸੋਲਿਊਸ਼ਨਸ ਚਲਾ ਰਹੇ ਨੇ। ਐਮੀਗ੍ਰੇਸ਼ਨਸ ਜਿਨ੍ਹਾਂ ਦਾ ਮੋਟੋ ਹੈ ਵੀ ਗਿਵ ਵਿੰਗਸ ਟੂ ਯੋਰ ਡ੍ਰੀਮਸ। ਅਗਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਅਗਰ ਬਾਹਰ ਜਾਣ ਦਾ ਖੁਆਬ ਰੱਖਦੇ ਹੋ ਤੇ ਤੁਹਾਡੇ ਖੁਆਬਾਂ ਨੂੰ ਤਾਮੀਰ ਦੇਣ ਲਈ ਵਿਜ਼ਿਟ ਕਰੋ ਐਮੀਗ੍ਰੇਸ਼ਨ ਪ੍ਰੋਫੈਸ਼ਨਲ ਇਮੀਗ੍ਰੇਸ਼ਨ ਐਂਡ ਸੋਲਿਊਸ਼ਨਸ। ਜਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ www.emigration.ca ਤੇ। ਇੱਥੇ ਸਟੱਡੀ ਵੀਜ਼ਾ, PR, ਵਰਕ ਵੀਜ਼ਾ ਤੇ ਵਿਜ਼ਟਰ ਵੀਜ਼ਾ ਦਿਲਵਾਇਆ ਜਾਂਦਾ ਹੈ। ਡਾਕਟਰ ਅਮਨਦੀਪ ਮੌਜ ਬੇਸਿਕਲੀ ਇੱਕ ਵੈਟਨਰੀ ਡਾਕਟਰ ਨੇ ਜੋ ਕੈਨੇਡਾ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਕੈਨੇਡਾ ਦੇ ਵਿੱਚ ਇਹਨਾਂ ਦਾ ਐਡਰੈਸ ਹੈ 9776 ਦਾ ਗੋਰੇ ਰੋਡ, ਬ੍ਰੈਂਪਟਨ, ਓਨਟਾਰੀਓ, ਕੈਨੇਡਾ L6P0B5। ਆਓ ਫਿਰ ਗੱਲ ਕਰਦੇ ਹਾਂ ਡਾਕਟਰ ਅਮਨ ਮੌਜ ਦੇ ਨਾਲ। ਦਰਸ਼ਕੋ, ਕਿੰਜ ਜਾਈਏ ਪ੍ਰਦੇਸ਼ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਅਮਨ ਮੌਜ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਆਪਣੀਆਂ ਇਮੀਗ੍ਰੇਸ਼ਨ ਦੇ ਰਹੇ ਨੇ। ਡਾਕਟਰ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਮੈਨੂੰ ਆਪਣੇ ਸ਼ੋਅ 'ਚ ਬੁਲਾਉਣ ਲਈ। ਹਾਂਜੀ ਡਾਕਟਰ ਅਮਨ ਜੀ, ਇੱਕ ਡਾਕਟਰੀ ਦਾ ਪ੍ਰੋਫੈਸ਼ਨ ਔਰ ਇੱਕ ਇਮੀਗ੍ਰੇਸ਼ਨ ਦਾ ਪ੍ਰੋਫੈਸ਼ਨ, ਇਹ ਦੋਨੇ ਪ੍ਰੋਫੈਸ਼ਨ ਕਿਵੇਂ ਮਤਲਬ ਆਪਸ 'ਚ ਮਿਲੇ? ਕਿਉਂਕਿ ਡਾਕਟਰ ਜਿਹੜਾ ਹੈਗਾ ਉਹ ਵੀ ਸੇਵਾ ਦਾ ਭਾਵ ਹੈ। ਕਿਵੇਂ ਤੁਹਾਡੇ ਮਨ 'ਚ ਆਇਆ ਕਿ ਇਹਨੂੰ ਸੇਵਾ ਦਾ ਭਾਵ ਲੈ ਕੇ ਮੈਂ ਇਮੀਗ੍ਰੇਸ਼ਨ ਦੇ ਫੀਲਡ 'ਚ ਕੁੱਦਾਂ? ਔਰ ਅੱਜ ਜਿਸ ਤਰੀਕੇ ਦੇ ਨਾਲ ਹੁਣ ਜਿਹੜਾ ਜਾਣ ਦਾ ਲੋਕਾਂ ਦਾ ਰੁਝਾਨ ਹੈ, ਔਰ ਜਿਸ ਟਾਈਮ ਤੇ ਤੁਸੀਂ ਸ਼ੁਰੂ ਕੀਤਾ ਉਦੋਂ ਦਾ ਤੇ ਅੱਜ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਹਾਂਜੀ, ਦੇਖੋ ਇੱਦਾਂ ਹੈ ਗੱਲ, ਮੈਂ ਸਾਰੀ ਉਮਰ ਹੁਣ ਤੱਕ ਵੈਟਨਰੀ ਦਾ ਕੰਮ ਕਰਦੀ ਰਹੀ ਹਾਂ। ਪਰ ਇੱਦਾਂ ਸੀ ਕਿ ਜਦੋਂ ਮੈਂ ਕੈਨੇਡਾ ਗਈ, ਮੈਂ ਕੈਨੇਡਾ ਦੀ PR ਲਈ, ਤੇ ਉਦੋਂ ਮੈਂ ਜਾ ਕੇ ਮੈਂ ਸੋਚਿਆ ਕਿ ਜੇ ਮੈਂ ਕੋਈ ਹੋਰ ਪ੍ਰੋਫੈਸ਼ਨ ਚੂਜ਼ ਕਰਨਾ ਹੋਵੇ, ਵੈਟਨਰੀ ਹੁਣ ਨਹੀਂ ਕਰਨੀ, ਤਾਂ ਕਿਹੜਾ ਪ੍ਰੋਫੈਸ਼ਨ ਮੇਰੇ ਲਈ ਠੀਕ ਰਹੇਗਾ। ਤੇ ਮੈਨੂੰ ਇੱਦਾਂ ਦਾ ਪ੍ਰੋਫੈਸ਼ਨ ਚਾਹੀਦਾ ਸੀ ਕਿ ਜਿਹੜੇ ਲਈ ਮੈਂ ਦੋਨੋਂ ਕੰਟਰੀਜ਼ ਵਿੱਚ ਇੱਕ ਤੇ ਕੰਮ ਕਰਾਂ, ਦੂਜਾ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਕਿਸੇ ਤਰੀਕੇ। ਕਿਉਂਕਿ ਮੈਂ ਬਚਪਨ ਤੋਂ ਚਾਹਦੀ ਸੀ ਕਿ ਮੈਂ ਕੋਈ ਚੈਰਿਟੀ ਦਾ ਕੰਮ ਕਰਾਂ, ਤੇ ਮੇਰੇ ਤੋਂ ਮਤਲਬ ਕਦੀ ਸਬੱਬ ਨਹੀਂ ਬਣਿਆ ਸੱਚੀ, ਕਿ ਮੈਨੂੰ ਕਦੀ ਮੌਕਾ ਹੀ ਨਹੀਂ ਮਿਲਿਆ ਕਿ ਮੈਂ ਕਰ ਸਕਦੀ। ਤਾਂ ਕਰਕੇ ਫਿਰ ਮੈਂ ਇਮੀਗ੍ਰੇਸ਼ਨ ਦਾ ਪ੍ਰੋਫੈਸ਼ਨ ਚੁਣਿਆ। ਫਿਰ ਮੈਂ ਉੱਥੇ ਕੈਨੇਡਾ ਇਮੀਗ੍ਰੇਸ਼ਨ ਲਈ ਪੜ੍ਹਾਈ ਕੀਤੀ, ਆਪਣਾ ਲਾਇਸੈਂਸ ਲਿਆ। ਫਿਰ ਮੈਂ ਹੁਣ ICCRC ਮੈਂਬਰ ਹਾਂ, ਆਈ ਐਮ ਰਜਿਸਟਰਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ। ਤੇ ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਆਪਣੀ ਸੇਵਾਵਾਂ, ਪੰਜਾਬ, ਹਰਿਆਣਾ, ਹਿਮਾਚਲ, ਵੇਅਰ ਐਵਰ, ਕਿ ਮੈਂ ਆਪਣੀ ਸੇਵਾਵਾਂ ਉਹਨਾਂ ਨੂੰ ਦੇਵਾਂ। ਹਾਂਜੀ ਮੈਡਮ, ਜਿਹੜੇ ਵੀ ਇਸ ਚੈਨਲ ਦੇ ਮਾਧਿਅਮ ਤੇ ਇਮੀਗ੍ਰੇਸ਼ਨ ਦੇ ਫੀਲਡ ਵਾਲੇ ਵੀ, ਆਈਲੈਟਸ ਦੇ ਫੀਲਡ ਵਾਲੇ ਵੀ, ਜਿਹੜੇ ਲੋਕ, ਕੋਈ ਇੰਜੀਨੀਅਰ ਹੈ ਲੜਕਾ, ਕੋਈ ਡਾਕਟਰ ਹੈ ਲੜਕਾ, ਕੋਈ ਹੋਰ ਹੈ, ਅਗਰ ਉਹ ਵੀ ਇਸ ਚੈਨਲ ਦੇ ਮਾਧਿਅਮ ਤੇ ਸੁਣ ਰਹੇ ਹੋਣਗੇ ਔਰ ਉਹ ਚਾਹੁੰਦੇ ਹੋਣਗੇ ਕਿ ਤੁਹਾਡੀਆਂ ਸੇਵਾਵਾਂ ਜਿਸ ਤਰੀਕੇ ਦੇ ਨਾਲ ਤੁਸੀਂ ਕੈਨੇਡਾ ਦੇ ਵਿੱਚ ਬਿਲਕੁਲ ਭਲੀਭਾਂਤ ਜੋ ਉੱਤੇ ਰੂਲਸ ਹੈਗੇ ਆ, ਜੋ ਗਾਂ ਕਾਨੂੰਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਹੈਗੀਆਂ, ਅਗਰ ਉਹ ਤੁਹਾਡੇ ਤੋਂ ਉਹ ਲੋਕ ਵੀ ਕਲਾਸਾਂ ਲਾਉਣ ਚਾਹਣ ਤਾਂ ਕੀ ਉਹ ਲੋਕ ਵੀ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ? ਹਾਂਜੀ, ਮੈਂ ਅਵੇਲੇਬਲ ਹਾਂ ਕਾਉਂਸਲਿੰਗ ਲਈ। ਇਸ ਮਹੀਨੇ ਮੈਂ ਇੱਥੇ ਹੀ ਹਾਂ, ਅਗਲੇ ਮਹੀਨੇ ਮੈਂ ਕੈਨੇਡਾ ਵਾਪਸ ਚਲੇ ਜਾਣਾ। ਮੇਰਾ ਨੰਬਰ 9815035300, ਤੇ ਮੇਰੇ ਨਾਲ ਗੱਲ ਕਰਕੇ ਕੋਈ ਵੀ ਬੰਦਾ ਕਾਉਂਸਲਿੰਗ ਲੈ ਸਕਦਾ। ਇਟ ਇਜ਼ ਫ੍ਰੀ ਆਫ ਕਾਸਟ। ਮੈਂ ਉਹਨਾਂ ਨੂੰ ਹਰੇਕ ਤਰੀਕੇ, ਉਹਨਾਂ ਲਈ ਕਿਹੜੇ ਵਧੀਆ ਇਮੀਗ੍ਰੇਸ਼ਨ ਪ੍ਰੋਗਰਾਮ ਨੇ, ਤੇ ਜਾਂ ਜੇ ਕੋਈ ਬੱਚਾ ਸਟੱਡੀ ਲਈ ਵੀ ਜਾਣਾ ਚਾਹੁੰਦਾ ਹੈ, ਉਹਦੇ ਲਈ ਕਿਹੜਾ ਕੋਰਸ ਠੀਕ ਰਹੇਗਾ, ਜਾਂ ਕਿਹੜੇ ਇੰਸਟੀਟਿਊਟ 'ਚ ਉਹਨੂੰ ਜਾਣਾ ਚਾਹੀਦਾ ਹੈ, ਜਾਂ ਕਿੱਦਾਂ ਦੀ ਪੜ੍ਹਾਈ ਕਰਨੀ ਚਾਹੀਦੀ ਹੈ ਜਿਹਦੇ ਨਾਲ ਫਰਦਰ ਉਹਨੂੰ ਫਾਇਦਾ ਹੋਵੇ ਲਾਈਫ ਵਿੱਚ, ਉਹਨਾਂ ਸਾਰੀ ਚੀਜ਼ਾਂ ਲਈ ਗਾਈਡ ਕਰ ਸਕਦੀ ਹਾਂ ਉਹਨਾਂ ਨੂੰ। ਮੈਨੂੰ ਇਹ ਵੀ ਲੱਗਦਾ ਕਿ ਜਿੱਦਾਂ ਮੈਂ ਪਹਿਲਾਂ ਮਾਸਟਰਸ ਇਨ ਵੈਟਨਰੀ ਸਾਇੰਸ ਹਾਂ, ਤੇ ਮੈਂ ਪੜ੍ਹੀ ਲਿਖੀ ਕੰਸਲਟੈਂਟ ਹਾਂ ਕਾਈਂਡ ਆਫ, ਤੇ ਮੈਨੂੰ ਬਹੁਤ ਸਾਰੀ ਚੀਜ਼ਾਂ ਪਤਾ ਨੇ ਪੜ੍ਹਾਈ ਬਾਰੇ। ਤੇ ਸਪੈਸ਼ਲੀ ਕਿ ਜੇ ਬੱਚੇ ਨੇ ਪਹਿਲਾਂ ਜੋ ਵੀ ਉਹਦੇ ਕੋਰਸਿਸ ਲਏ ਹੋਏ ਸੀ ਅੰਡਰ ਗ੍ਰੈਡ ਵਿੱਚ, +2 ਵਿੱਚ ਜੋ ਵੀ ਉਹਨੇ ਕੀਤਾ, ਉਹ ਤੋਂ ਬਾਅਦ ਫਰਦਰ ਉਹਨੂੰ ਕਿਹੜੀ ਪੜ੍ਹਾਈ ਲੈਣੀ ਚਾਹੀਦੀ ਹੈ ਜਿਹਦੇ ਨਾਲ ਉਹਦਾ ਸਟੱਡੀ ਪਰਮਿਟ ਦਾ ਪ੍ਰੋਸੈਸ ਸੌਖਾ ਹੋ ਜਾਏ, ਤੇ ਫਰਦਰ ਵੀ ਉਹਨੂੰ ਲਾਈਫ 'ਚ ਫਾਇਦਾ ਹੋਵੇ। ਮੈਂ ਇਹਨਾਂ ਸਾਰੀ ਚੀਜ਼ਾਂ ਬਾਰੇ ਗਾਈਡ ਕਰ ਸਕਦੀ ਹਾਂ ਬੱਚਿਆਂ ਨੂੰ। ਹਾਂਜੀ, ਕਦੀ ਵੀ। ਅਮਨ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਇਹ ਸਾਨੂੰ ਦੱਸੋ ਕਿ ਜਿੱਦਾਂ ਬੱਚੇ +2 ਕਰਦੇ ਨੇ, ਇੰਗਲਿਸ਼ ਸਪੀਕਿੰਗ ਉਹਨਾਂ ਦੀ ਵਧੀਆ ਹੋ ਜਾਂਦੀ ਆ, ਆਈਲੈਟਸ ਤੋਂ ਵਧੀਆ ਬੈਂਡ ਲੈ ਜਾਂਦੇ ਆ, ਉਹ ਬਾਹਰ ਮੂਵ ਕਰ ਜਾਂਦੇ ਨੇ ਸਟੱਡੀ ਦੇ ਲਈ। ਕੀ ਕਹਿਣਾ ਚਾਹੋਗੇ ਤੁਸੀਂ ਕਿ ਅਗਰ ਉਹ ਮੂਵ ਕਰਨ ਤੋਂ ਪਹਿਲਾਂ ਕਿਸੇ ਪ੍ਰੋਫੈਸ਼ਨਲ ਚੀਜ਼ ਦੇ ਵਿੱਚ, ਜਿੱਦਾਂ ਬਿਊਟੀ ਦਾ ਫੀਲਡ ਹੈ, ਅੱਜ ਕੱਲ੍ਹ ਸੋਹਣਾ ਬਣਨ ਲੋਕਾਂ ਨੂੰ ਹਰੇਕ ਨੂੰ ਗੁਆਰਾ, ਕੁਕਿੰਗ ਦਾ ਫੀਲਡ ਹੈ, ਕਿ ਕੋਈ ਨਾ ਕੋਈ ਐਸਾ ਨਾਲ ਆਪਣੇ ਹੱਥ ਦੇ ਵਿੱਚ ਕਿਲਿੰਗ ਕੋਈ ਐਸੀ ਚੀਜ਼ ਲੈ ਕੇ ਜਾਣ ਜਿਹਦੇ ਨਾਲ ਕਿ ਉਹ ਜਾਣ ਸਾਰੀ ਨਾਲ ਤਾਂ ਪੜ੍ਹੀ ਜਾਣ, ਤੇ ਨਾਲ ਉਹਨਾਂ ਕੋਲ ਇੱਕ ਐਸੀ ਚੀਜ਼ ਆਪਦੇ ਆਪ 'ਚ ਹੋਵੇ ਜਿਹਦੇ ਨਾਲ ਉਹ ਆਪਣਾ ਅਰਨ ਵੀ ਥੋੜ੍ਹਾ ਬਹੁਤ ਕਰ ਸਕਦੇ? ਦੇਖੋ ਜੀ, ਕੈਨੇਡਾ ਹਰੇਕ ਸਟੂਡੈਂਟ ਨੂੰ ਜਦੋਂ ਉਹ ਫੁੱਲ ਟਾਈਮ ਪੜ੍ਹ ਰਿਹਾ ਹੈ, ਉਦੋਂ ਜਦੋਂ ਦੀ ਪੜ੍ਹਾਈ ਚੱਲ ਰਹੀ ਹੈ, ਤਾਂ 20 ਆਵਰਸ ਪਰ ਵੀਕ ਕੰਮ ਕਰਨ ਦੀ ਇਜਾਜ਼ਤ ਦਿੰਦਾ। ਪਰ ਉਹਦੇ 'ਚ ਇੱਦਾਂ ਨਹੀਂ ਹੁੰਦਾ ਕਿ ਬੰਦਾ ਆਪਣਾ ਕੋਈ ਬਿਜ਼ਨਸ ਕਰ ਲਏ।
ਠੀਕ ਹੈ, ਉਹਦੇ 'ਚ ਉਹਨੂੰ ਕਿਧਰੇ ਕੰਮ ਹੀ ਕਰਨਾ ਹੁੰਦਾ ਹੈ। ਤੇ ਹੁਣ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਹਾਂ ਜੇ ਹੁਨਰ ਹੈ, ਹੁਨਰ ਤਾਂ ਵਧੀਆ ਗੱਲ ਹੈ ਕਿ ਬੰਦੇ ਦੇ ਹੱਥ 'ਚ ਕੋਈ ਵੀ ਹੁਨਰ ਹੋਵੇ, ਉਹ ਚੰਗੀ ਗੱਲ ਹੈ ਚਾਹੇ। ਪਰ ਜਿੱਦਾਂ ਜੇ ਸਟੱਡੀ ਵੀਜ਼ਾ ਲਈ ਹੀ ਜਾਣਾ ਹੈ, ਮੇਰੇ ਖਿਆਲ ਨਾਲ ਉਹਦੇ ਲਈ +2 ਤੋਂ ਬਾਅਦ ਜੇ ਕੋਈ ਜਾਣਾ ਚਾਹੁੰਦਾ ਹੈ ਤੇ +2 ਤੋਂ ਬਾਅਦ ਹੀ ਆਪਣੀ ਆਇਲਸ ਦੀ ਤਿਆਰੀ ਕਰਕੇ ਜਾਵੇ। ਜੇ ਕੋਈ ਡਿਗਰੀ ਡਿਪਲੋਮੇ ਤੋਂ ਬਾਅਦ ਜਾਣਾ ਚਾਹੁੰਦਾ ਹੈ ਤੇ ਉਸ ਹਿਸਾਬ ਦੀ ਪੜ੍ਹਾਈ ਚੂਜ਼ ਕਰੇ ਆਪਣੇ ਲਈ, ਯੂਨੀਵਰਸਿਟੀ ਜਾਵੇ, ਪੋਸਟ ਗ੍ਰੈਡ ਡਿਪਲੋਮਾ ਕਰੇ। ਤੇ ਹੁਣ ਜਿੱਦਾਂ ਆਪਣੇ ਇੱਥੇ ਜ਼ਿਆਦਾਤਰ ਲੋਕ ਕੀ ਕਰਦੇ ਨੇ, ਉਹ ਬੱਚਿਆਂ ਨੂੰ ਕਾਲਜਿਸ ਵਿੱਚ ਭੇਜਦੇ ਨੇ, ਕਿਉਂਕਿ ਕਾਲਜਿਸ ਨਾਲ ਜ਼ਿਆਦਾ ਜਿਹੜੇ ਇੱਥੇ ਲੋਕੀ ਕੰਮ ਕਰ ਰਹੇ ਨੇ, ਸਟੱਡੀ ਦੇ ਫੀਲਡ 'ਚ ਕੰਮ ਕਰ ਰਹੇ ਕੰਸਲਟੈਂਟਸ ਵਾਟਐਵਰ, ਉਹਨਾਂ ਦਾ ਕਾਲਜਿਸ ਨਾਲ ਟਾਈ ਅਪ ਹੁੰਦਾ ਤੇ ਉਹ ਉਹਨੇ ਕਾਲਜਿਸ ਵਿੱਚ ਬੱਚਿਆਂ ਨੂੰ ਭੇਜਦੇ ਰਹਿੰਦੇ ਨੇ ਤੇ ਵਿਦਆਊਟ ਥਿੰਕਿੰਗ ਅਬਾਊਟ देयर ਫਿਊਚਰ, ਹੈ ਨਾ। ਤੇ ਅਸੀਂ ਜਿੱਦਾਂ ਹੁਣ ਜੇ ਕੋਈ ਬੱਚਾ ਜਿਹੜੇ ਨੇ ਪਹਿਲਾਂ ਗ੍ਰੈਜੂਏਸ਼ਨ ਕੀਤੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਯੂਨੀਵਰਸਿਟੀ ਭੇਜਾਂ। ਉੱਥੇ ਭੇਜਣ ਲਈ ਮੇਰੀ ਮਿਹਨਤ ਵੀ ਜ਼ਿਆਦਾ ਲੱਗਦੀ ਹੈ, ਐਜ਼ ਅ ਕੰਸਲਟੈਂਟ ਮੈਨੂੰ ਕਾਫੀ ਕੰਮ ਕਰਨਾ ਪੈਂਦਾ ਤੇ ਉਹਦੇ 'ਚ ਮੈਨੂੰ ਕੁਝ ਖਾਸ ਕਮਿਸ਼ਨ ਵੀ ਨਹੀਂ ਮਿਲਦਾ, ਕਿਉਂਕਿ ਮੋਸਟਲੀ ਜਿਹੜੇ ਕੰਸਲਟੈਂਟਸ ਨੇ ਉਹਨਾਂ ਦਾ ਕਾਲਜਿਸ ਨਾਲ ਟਾਈ ਅਪ ਹੈ ਤੇ ਉੱਥੋਂ ਫਿਰ ਮੈਂ ਚਾਹਾਂਗੀ ਕਿ ਵੀ ਜਿਹੜਾ ਬੱਚਾ ਮੈਂ ਭੇਜ ਰਿਹਾ ਉਹਦਾ ਫਿਊਚਰ ਵਧੀਆ ਰਹੇ ਅੱਗੇ ਜਾ ਕੇ। ਮਤਲਬ ਉਹ ਕੱਲ ਨੂੰ ਐਦਾਂ ਨਾ ਸੋਚੇ, ਉਹਨੂੰ ਰਿਪੈਂਟ ਨਾ ਕਰੇ ਇਸ ਗੱਲ ਨੂੰ ਕਿ ਵੀ ਉਹਨੇ ਮੈਨੂੰ ਐਜ਼ ਅ ਕੰਸਲਟੈਂਟ ਕਿਉਂ ਚੂਜ਼ ਕੀਤਾ। ਤੇ ਵੈਸੇ ਵੀ ਲਾਈਕ ਮੈਂ ਆਪਣੇ ਜ਼ਮੀਰ ਨੂੰ ਵੀ ਜਵਾਬ ਨਹੀਂ ਦੇ ਸਕਦੀ ਜੇ ਮੈਂ ਕਿਸੇ ਨੂੰ ਮਿਸਗਾਈਡ ਕਰਾਂ। ਤਾਂ ਕਰਕੇ ਮੈਂ ਉਸ ਹਿਸਾਬ ਨਾਲ ਮੈਂ ਸੋਚਦੀ ਹਾਂ ਕਿ ਜਦੋਂ ਬੱਚਾ ਮੇਰੇ ਕੋਲ ਆ ਗਿਆ, ਉਹਦਾ ਮੈਂ ਦੇਖ ਕੇ ਪੁਰਾਣਾ ਪ੍ਰੋਫਾਈਲ ਮੈਂ ਉਹਨੂੰ ਇੱਕ ਚੌਕ ਆਊਟ ਕਰਕੇ ਪਲਾਨ ਦੇਵਾਂ ਕਿ ਵੀ ਇੱਦਾਂ ਕਰਨਾ ਹੈ, ਇਹ ਤੈਨੂੰ ਕਾਲਜ ਠੀਕ ਰਹੂਗਾ, ਇਹ ਤੈਨੂੰ ਯੂਨੀਵਰਸਿਟੀ ਠੀਕ ਰਹੂਗੀ, ਜਾਂ ਜੇ ਕੋਈ ਸਕਿੱਲ ਲੈਣਾ ਹੈ, ਕਿਉਂਕਿ ਮੇਰਾ ਫੀਲਡ ਸਿਰਫ ਸਟੱਡੀ ਵੀਜ਼ਾ ਨਹੀਂ ਹੈ। ਮੈਂ ਤਾਂ ਹਰੇਕ ਤਰੀਕੇ ਦੀ ਪਰਮਾਨੈਂਟ ਰੈਜ਼ੀਡੈਂਸ ਲਈ ਇਮੀਗ੍ਰੇਸ਼ਨ ਦੇ ਹਰੇਕ ਫੀਲਡ 'ਚ ਕੰਮ ਕਰਨਾ ਹੈ। 90 ਤਰੀਕੇ ਨੇ ਕੈਨੇਡਾ ਜਾਣ ਦੇ, ਇੱਕ ਤਰੀਕਾ ਤਾਂ ਹੈ ਨਹੀਂ। ਤੇ ਜੇ ਕਿਸੇ ਨੇ ਜੇ ਸਮਝੋ ਕੋਈ ਜੇ ਬਿਊਟੀ ਦੇ ਫੀਲਡ 'ਚ ਕੰਮ ਕੀਤਾ ਹੈ, ਕਿਸੇ ਨੇ ਬਿਊਟੀਸ਼ੀਅਨ ਦਾ ਕੋਰਸ ਕੀਤਾ, ਉਹਨਾਂ ਲਈ ਕੈਟੇਗਰੀਜ਼ ਹੁੰਦੀਆਂ ਨੇ, ਜਿੱਦਾਂ ਸੈਲਫ ਐਮਪਲੋਇਡ ਕੈਟੇਗਰੀ ਹੈ, ਜਾਂ ਫਿਰ ਕਈ ਵਾਰ ਆਕੂਪੇਸ਼ਨ ਇਨ ਡਿਮਾਂਡ ਵਿੱਚ ਜਾ ਸਕਦੇ ਨੇ। ਤੇ ਫਿਰ ਉਹ ਆਪਾਂ ਉਸ ਤਰੀਕੇ ਉਹਨੂੰ ਗਾਈਡ ਕਰਾਂਗੇ। ਠੀਕ ਹੈ, ਸਟੱਡੀ ਵੀਜ਼ਾ ਡਿਫਰੈਂਟ ਗੱਲ ਹੈ, ਵਰਕ ਪਰਮਿਟ ਹੋਰ ਚੀਜ਼ ਹੈ, ਵਰਕ ਪਰਮਿਟ ਲੈ ਕੇ ਉਸ ਤੋਂ ਬਾਅਦ PR ਹੋਣਾ ਹੋਰ ਚੀਜ਼ ਹੈ। ਉਹ ਸਾਰੀ ਚੀਜ਼ਾਂ ਬਾਰੇ ਵਾਟਐਵਰ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਮੇਰੇ ਤੋਂ ਸਲਾਹ ਚਾਹੀਦੀ ਹੈ, ਉਹ ਦੇਣ ਲਈ ਮੈਂ ਅਵੇਲੇਬਲ ਹੈ ਨਾ। ਜਿੰਨੇ ਦਿਨ ਮੈਂ ਇੱਥੇ ਹਾਂ, ਕੋਈ ਵੀ ਬੰਦਾ ਮੇਰਾ ਨੰਬਰ ਲੈ ਕੇ ਮੈਨੂੰ ਕੰਟੈਕਟ ਕਰੇ। ਅਮਨ ਜੀ, ਮੈਡੀਕਲ ਪ੍ਰੋਫੈਸ਼ਨ ਜਿੱਦਾਂ ਲੋਕਾਂ ਨੂੰ ਇਹ ਹੈ ਕਿ ਐਗਰੀਕਲਚਰ ਦੇ ਫੀਲਡ ਦੇ ਵਿੱਚ, ਵੈਟਰਨਰੀ ਦੇ ਫੀਲਡ ਦੇ ਵਿੱਚ ਬਹੁਤ ਵੱਡਾ ਸਕੋਪ ਹੈ ਬਾਹਰ ਜਾ ਕੇ। ਤੁਸੀਂ ਕੈਨੇਡਾ ਦੇ ਵਿੱਚ ਇਹ ਫੀਲਡ ਲੈ ਕੇ ਗਏ ਔਰ ਵਧੀਆ ਤੁਸੀਂ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ, ਔਰ ਉਹਦੇ ਨਾਲ ਤੁਸੀਂ ਨਈ ਚੀਜ਼ ਜਿਹੜੀ ਹੈਗੀ ਲੈ ਕੇ ਵੀ ਆ ਗਏ ਹੋ, ਇਮੀਗ੍ਰੇਸ਼ਨ ਦਾ ਵੀ ਇੱਥੇ ਕੰਸਲਟੈਂਟ। ਔਰ ਲੋਕ ਤੁਹਾਡੇ ਕੋਲੇ ਲੁਧਿਆਣੇ ਦੇ ਜਿਹੜੇ ਪੁਰਾਣੇ ਬੰਦੇ, ਉਹ ਵੀ ਤੁਹਾਡੇ ਕੋਲ ਆ ਕੇ ਸਲਾਹ ਲੈਂਦੇ ਨੇ ਕਿ ਡਾਕਟਰ ਸਾਹਿਬ ਕਿੱਦਾਂ ਕਰਨਾ ਚਾਹੀਦਾ ਸਾਨੂੰ, ਔਰ ਬੜਾ ਵਧੀਆ ਲੱਗਦਾ ਕਿਉਂਕਿ ਉਹਨਾਂ ਦਾ ਬੜਾ ਲੰਬਾ ਐਕਸਪੀਰੀਅੰਸ ਸੀਗਾ। ਲੇਕਿਨ ਤੁਸੀਂ ਬਾਹਰ ਜਾ ਕੇ ਪੂਰਾ ਜਿਵੇਂ ਛੱਕਾ ਜਿੱਦਾਂ ਕਹਿੰਦੇ ਨਾ ਗੇਮ ਨੂੰ, ਮਤਲਬ ਪਹਿਲਾਂ ਘੁਮਾ ਕੇ ਖੇਲ ਕੇ ਉੱਪਰ ਮੈਂਬਰ ਬਣ ਕੇ ਇੱਥੇ ਆਏ ਹੋ ਔਰ ਉੱਥੋਂ ਦੀ ਪੜ੍ਹਾਈ ਕਰਕੇ ਤੁਸੀਂ ਇਮੀਗ੍ਰੇਸ਼ਨ ਦੇ ਆਏ ਹੋ। ਕੀ ਕਹਿਣਾ ਚਾਹੋਗੇ? ਦੇਖੋ ਹੁਣ ਇਹਦੇ 'ਚ ਇੱਦਾਂ ਹੈ ਕਿ ਜੇ ਤੁਸੀਂ ਵੈਟਨਰੀ ਬਾਰੇ ਗੱਲ ਕਰੋ, ਹਾਂਜੀ ਵੈਟਨਰੀ ਦਾ ਉੱਥੇ ਵੈਟਨੇਰੀਅਨਸ ਦਾ ਬਹੁਤ ਵਧੀਆ ਸਕੋਪ ਹੈ ਕੈਨੇਡਾ ਵਿੱਚ। ਸਾਡੇ ਨਾਲ ਦੇ ਮੇਰੇ ਆਪਣੇ ਕਲਾਸਮੇਟਸ, ਮੇਰੇ ਤੋਂ ਸੀਨੀਅਰਸ, ਮੇਰੇ ਤੋਂ ਜੂਨੀਅਰਸ, ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਵੈਟਨਰੀ ਪ੍ਰੈਕਟਿਸ ਕਰ ਰਹੇ ਹਨ ਐਂਡ ਦੇ ਹੈਵ ਮੇਡ ਰੀਅਲੀ ਗੁੱਡ। ਠੀਕ ਹੈ, ਉੱਦਾਂ ਹੀ ਜੇ ਤੁਸੀਂ ਡੈਂਟਿਸਟਰੀ ਲਾ ਲਓ, ਡੈਂਟਿਸਟਰੀ ਬਹੁਤ ਵਧੀਆ ਪ੍ਰੋਫੈਸ਼ਨ ਹੈ ਕੈਨੇਡਾ ਲਈ। ਉੱਥੇ ਜੇ ਆਪਣਾ ਕੋਈ ਬੰਦਾ ਇੱਥੋਂ ਡੈਂਟਿਸਟਰੀ ਕਰਕੇ ਉੱਥੇ ਚਲੋ ਕੁਝ ਐਗਜ਼ਾਮਸ ਦੇਣੇ ਪੈਂਦੇ, ਉਹਨਾਂ ਨੂੰ ਥੋੜੀ ਮਿਹਨਤ ਕਰਨੀ ਪੈਂਦੀ ਹੈ ਫॉर ਸਟਾਰਟਿੰਗ ਈਅਰਸ, ਬਟ ਉਹ ਤੋਂ ਬਾਅਦ ਦੇ ਡੂ ਰੀਅਲੀ ਗੁੱਡ, ਉਹਨਾਂ ਦੀ ਲਾਈਫ ਬਹੁਤ ਵਧੀਆ ਰਹਿੰਦੀ ਹੈ ਉੱਥੇ। ਹੁਣ ਜਿੱਦਾਂ ਮੇਰਾ ਬੇਸਿਕਲੀ ਮੈਂ ਤੁਹਾਨੂੰ ਦੱਸ ਦਵਾਂ, ਜਿੱਦਾਂ ਤੁਸੀਂ ਮੈਨੂੰ ਕਿਹਾ ਕਿ ਵੀ ਤੁਸੀਂ ਜਾ ਕੇ ਪੜ੍ਹਾਈ ਕਰਕੇ ਆ ਕੇ ਤੇ ਇੱਦਾਂ ਕੁਝ ਸਾਲ ਪਹਿਲਾਂ ਮੈਨੂੰ ਇੱਕ ਵਾਰ ਜ਼ਰੂਰਤ ਪਈ ਸੀ ਕਿਸੇ ਇਮੀਗ੍ਰੇਸ਼ਨ, ਕਈ ਸਾਲ ਪੁਰਾਣੀ ਗੱਲ ਹੈ ਕਿ ਮੈਨੂੰ ਇਮੀਗ੍ਰੇਸ਼ਨ ਰਿਲੇਟਡ ਐਡਵਾਈਸ ਦੀ ਜ਼ਰੂਰਤ ਪਈ ਸੀ। ਮੈਂ ਇੱਦਾਂ ਕਿਸੇ ਦੇ ਖਿਲਾਫ ਕੁਝ ਨਹੀਂ ਕਹਿਣਾ, ਬਟ ਮੈਂ ਬਹੁਤ ਸਾਰੀ ਜਗ੍ਹਾ ਤੇ ਵਿਜ਼ਿਟ ਕੀਤਾ ਤੇ ਮੈਂ ਉੱਥੇ ਦੇਖਿਆ ਕਿ ਵੀ ਜਿੱਦਾਂ ਬੱਚੇ ਬੈਠੇ ਹੈ ਤੇ ਕੋਈ ਕੰਸਲਟੈਂਟ ਅਵੇਲੇਬਲ ਨਹੀਂ ਹੈ ਜਿਹੜਾ ਆਪ ਹੈ, ਉਹਦਾ ਸਟਾਫ ਹੈ ਜਿਹਨੂੰ ਆਪ ਨੂੰ ਕੁਝ ਨਹੀਂ ਪਤਾ ਹੈ ਨਾ, ਉਹਨੂੰ ਆਪ ਨੂੰ ਇਮੀਗ੍ਰੇਸ਼ਨ ਬਾਰੇ ਕੁਝ ਨਹੀਂ ਪਤਾ ਤੇ ਉਹ ਵੀ ਉਹਨਾਂ ਨੂੰ ਟਾਈਮ ਨਹੀਂ ਦੇ ਰਹੇ ਐਂਡ ਲੋਕੀ ਮਾਯੂਸ ਬੈਠੇ ਹੈ ਨਾ, ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕੀ ਕਰੀਏ। ਮੇਰੇ ਦਿਮਾਗ 'ਚ ਉਦੋਂ ਹੀ ਆਇਆ ਸੀ ਕਿ ਵੀ ਮੈਂ ਇੱਕ ਦਿਨ ਇਹ ਕੰਮ ਕਰੂੰਗੀ ਤੇ ਮੈਂ ਇਹ ਕੰਮ ਕਰਾਂਗੀ ਤੇ ਹਾਂ ਜਿਹੜਾ ਕੋਈ ਬੰਦਾ ਨੀਡੀ ਹੈ ਮੈਂ ਉਹਦੀ ਹਰੇਕ ਤਰੀਕੇ ਹੈਲਪ ਵੀ ਕਰਾਂਗੀ। ਇੱਥੇ ਹੀ ਨਹੀਂ, ਵੀਜ਼ਾ ਲੈਣ ਵਿੱਚ ਹੀ ਨਹੀਂ, ਉੱਥੇ ਜਾ ਕੇ ਕੈਨੇਡਾ 'ਚ ਸੈਟਲ ਹੋਣ ਵਿੱਚ ਵੀ। ਜਦੋਂ ਬੱਚਾ ਜੇ ਕੋਈ ਸਟੂਡੈਂਟ ਹੈ ਕੈਨੇਡਾ ਜਾ ਰਿਹਾ, ਉਹਨੂੰ ਕੋਈ ਉੱਥੇ ਨਹੀਂ ਜਾਣਦਾ, ਬਹੁਤ ਛੋਟੇ ਬੱਚੇ ਜਾਂਦੇ, 12ਵੀਂ ਤੋਂ ਬਾਅਦ ਪੇਰੈਂਟਸ ਆਪਣੇ ਬੱਚਿਆਂ ਨੂੰ ਭੇਜਦੇ ਆ, ਉਹ ਬੱਚਾ ਜਾ ਕੇ ਉੱਥੇ ਕੀ ਕਰੇ ਜੇ ਕੋਈ ਨਹੀਂ। ਤੇ ਮੇਰੇ ਵੱਲੋਂ ਕੋਸ਼ਿਸ਼ ਰਹੇਗੀ ਕਿ ਮੈਂ ਉਹਨੂੰ 2, 4, 5 ਦਿਨ ਜਿੱਦਾਂ ਵੀ ਸਾਂਭ ਕੇ, ਜਦ ਤੱਕ ਉਹ ਆਪਣੀ ਜਗ੍ਹਾ ਰਹਿਣ ਦੀ ਨਹੀਂ ਲੈ ਲੈਂਦਾ ਕੁਝ ਨਹੀਂ, ਅਸੀਂ ਸਾਡੀ ਫਾਰਮ ਉਹ ਵਾਲੀ ਫੈਸਿਲਿਟੀ ਵੀ ਬੱਚਿਆਂ ਨੂੰ ਪ੍ਰੋਵਾਈਡ ਕਰਾਂਗੇ।
ਹਾਂਜੀ ਤੇ ਬਾਕੀ ਜੇ ਕੋਈ ਜਿੱਦਾਂ ਕੋਈ ਬੱਚਾ ਹੈ ਜਿਹੜਾ ਇਕਨੋਮਿਕਲੀ ਵੀਕ ਹੈ ਜੋ ਵੀ ਹੈ ਉਹਦੇ ਲਈ ਮੇਰੀ ਆਪਣੀ ਕੰਸਲਟੇਸ਼ਨ ਮੈਂ ਨਹੀਂ ਚਾਰਜ ਕਰੂੰਗੀ ਸਟੂਡੈਂਟ ਦੀ। ਹਾਂਜੀ ਦੇਖੋ ਡਾਕਟਰ ਅਮਨ ਸਾਡੇ ਨਾਲ ਬਣੇ ਹੋਏ ਨੇ ਔਰ ਇੱਕ ਐਸੀ ਇਮੀਗ੍ਰੇਸ਼ਨ ਦੀ ਮਿਸ਼ਨ ਦੀ ਜਿਨੇ ਮੇਰਾ ਖਿਆਲ ਹੈ ਕਿ ਜਿੱਦਾਂ ਇਹਨਾਂ ਨੇ ਆਪਣੇ ਇਸ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਸੇਵਾਵਾਂ ਕੀਤੀਆਂ ਉਹੀ ਸੇਵਾ ਨੂੰ ਲੈ ਕੇ ਚੈਰਿਟੀ ਦਾ ਮੈਡਮ ਜਿਹੜਾ ਤੁਹਾਡੇ ਮਨ ਸੀਗਾ ਇਹ ਤਾਂ ਤੁਸੀਂ ਰੀਅਲ ਚੈਰਿਟੀ ਕਰ ਰਹੇ ਹੋ, ਕਿਉਂਕਿ ਆਪਣਾ ਸਭ ਕੁਝ ਵੇਚ ਕੇ ਲੋਕ ਜਿਹੜੇ ਹੈਗੇ ਬਾਹਰ ਜਾ ਰਹੇ ਨੇ। ਖੇਤੀ ਦਾ ਜਿਹੜਾ ਧੰਦਾ ਬਹੁਤ ਉਦਾਸੀ ਦੇ ਚ ਦੁਖੀ ਮਤਲਬ ਲੋਕ ਨੇ ਕਿਸਾਨਾਂ ਦਾ। ਆਪਾਂ ਦੇਖ ਸਕਦੇ ਕਿ ਪੰਜਾਬ ਹਰਿਆਣਾ ਹਿਮਾਚਲ ਦੇ ਜਿਹੜੇ ਕਿਸਾਨ ਆ ਵਿਚਾਰੇ ਬਾਰਡਰਾਂ ਤੇ ਬੈਠੇ ਨੇ ਔਰ ਇਹੋ ਜਿਹੇ ਐਪੀਡੈਮਿਕ ਦੇ ਵਿੱਚ ਜੋ ਤੁਸੀਂ ਸੇਵਾ ਕਰ ਰਹੇ ਹੋ ਔਰ ਇਹ ਦਰਸ਼ਕਾਂ ਤੱਕ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਆ ਔਰ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਵੀ, ਕਿਉਂਕਿ ਹਰ ਫੀਲਡ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਨੇ ਮਾੜੇ ਬੰਦੇ ਵੀ ਹੁੰਦੇ ਨੇ, ਜਿਹੜੇ ਚੰਗੇ ਬੰਦੇ ਤੱਕ ਆਵਾਜ਼ ਪਹੁੰਚ ਰਹੀ ਹੈ ਡਾਕਟਰ ਅਮਨ ਉਹਨਾਂ ਚੰਗੇ ਬੰਦੇ ਨਾਲ ਖੜੀ ਹੈ ਤੁਹਾਡੇ ਨਾਲ। ਤੁਸੀਂ ਜਦੋਂ ਮਰਜ਼ੀ ਇਹਨਾਂ ਦੇ ਨਾਲ ਆ ਸਕਦੇ ਹੋ, ਕੰਸਲਟ ਕਰ ਸਕਦੇ ਹੋ ਬੜੇ ਥੋੜੇ ਪੈਸਿਆਂ ਦੇ ਨਾਲ। ਮਤਲਬ ਇਹ ਨਹੀਂ ਹੈ ਕਿ ਇਹ ਕਮਰਸ਼ੀਅਲ ਨਹੀਂ ਹੋਣਗੇ, ਕਮਰਸ਼ੀਅਲ ਵੀ ਹੋਣਗੇ, ਬੜੇ ਥੋੜੇ ਪੈਸਿਆਂ ਦੇ ਨਾਲ ਤੁਸੀਂ ਇਹਨਾਂ ਦੀਆਂ ਰਵਾਵਾਂ ਜਿਹੜੀਆਂ ਸਲਾਹਾਂ ਲੈਣਾ ਚਾਹੁੰਦੇ ਆ। ਤੁਸੀਂ ਇਮੀਗ੍ਰੇਸ਼ਨ ਕਰ ਰਹੇ ਹੋ, ਤੁਸੀਂ ਆਈਲੈਟ ਸੈਂਟਰ ਖੋਲ੍ਹ ਲਿਆ, ਤੁਸੀਂ ਪੜ੍ਹ ਲਿਖ ਕੇ ਆਪਣਾ ਇਸ ਪ੍ਰੋਫੈਸ਼ਨ 'ਚ ਆ ਗਏ ਹੋ, ਲੇਕਿਨ ਤੁਹਾਨੂੰ ਇਮੀਗ੍ਰੇਸ਼ਨ ਦੇ ਬਾਰੇ ਨਹੀਂ ਪਤਾ ਤਾਂ ਤੁਸੀਂ ਡਾਕਟਰ ਅਮਨ ਦੇ ਨਾਲ ਅਟੈਚ ਹੋ ਸਕਦੇ ਹੋ। ਤੁਹਾਡਾ ਬਿਲਕੁਲ ਪਿਓਰਟੀ ਦੇ ਨਾਲ, ਜਿਸ ਤਰੀਕੇ ਨਾਲ ਡਾਕਟਰ ਸਾਹਿਬ ਦੇ ਇੱਥੇ ਆਪਾਂ ਲੁਧਿਆਣੇ ਘਰ ਦੇ ਵਿੱਚ ਬੈਠੇ ਆ, ਆਪਣਾ ਫੇਸ ਇਹ ਦਿਖਾ ਰਹੇ ਨਹੀਂ ਗੇ ਵੀ ਅੱਗੇ 4 ਲੜਕੀਆਂ ਜਿਹੜੀਆਂ ਹੈਗੀਆਂ ਉਹ ਕੰਸਲਟ ਕਰ ਰਹੀਆਂ। ਅਸੀਂ ਆਏ ਹਾਂ ਡਾਇਰੈਕਟ ਡਾਕਟਰ ਅਮਨ ਮੌਜ ਦੇ ਨਾਲ ਅਸੀਂ ਗੱਲ ਕਰ ਰਹੇ ਹੈਗੇ ਆ ਔਰ ਇਹ ਹਮੇਸ਼ਾ ਹਰੇਕ ਦੀ ਬੰਦੇ ਦੀ ਸੇਵਾ ਕਰਨ ਲਈ ਤਤਪਰ ਰਹਿਣਗੇ। ਦੱਸੋ ਸਾਨੂੰ ਦੱਸੋ ਕਿ ਕੀ ਆਮ ਜਿਹੜੇ ਹੈਗੇ ਆ ਬੱਚੇ, ਕਿਉਂਕਿ ਇੰਨੀ ਵੱਡੀ ਜਿਹੜੀ ਹੈਗੀ ਆ ਦੁਨੀਆ ਹੈਗੀ ਆ, ਇੰਨੇ ਲੋਕ ਨੇ, ਆਮ ਜਿਹੜੇ ਬੰਦਾ ਹੈਗਾ ਜਦੋਂ ਉਹਦਾ ਬੱਚਾ ਆਈਲੈਟਸ ਦੇ ਵਿੱਚੋਂ ਵਧੀਆ ਬੈਂਡ ਲੈ ਜਾਂਦਾ ਉਸ ਤੋਂ ਬਾਅਦ ਉਹਨੂੰ ਕੀ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਮਤਲਬ ਬਿਲਕੁਲ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ। ਆਨਲਾਈਨ ਤਾਂ ਨੋ ਡਾਊਟ ਕਿ ਆਨਲਾਈਨ ਵੀ ਸਾਈਟਾਂ ਵੀ ਇੰਨੀਆਂ ਜ਼ਿਆਦਾ ਬਣੀਆਂ ਹੋਈਆਂ ਨੇ, ਹਰ ਚੀਜ਼ ਅਵੇਲੇਬਲ ਹੈ, ਕੀ ਕਰਨਾ ਚਾਹੀਦਾ ਉਹਨੂੰ? ਦੇਖੋ ਜਦੋਂ ਬੱਚੇ ਨੇ ਚਲੋ 12ਵੀਂ ਕੀਤੀ, ਜੇ 12ਵੀਂ ਵਾਲੇ ਬੱਚੇ ਦੀ ਆਪਾਂ ਗੱਲ ਕਰ ਰਹੇ ਹਾਂ, ਉਸ ਤੋਂ ਬਾਅਦ ਆਇਲਸ ਕਰਾਤੀ, ਇਹ ਗੱਲ ਮੈਂ ਬਹੁਤ ਦੇਖੀ ਹੈ ਇਸ ਟਾਈਮ। ਕਿਉਂਕਿ ਜਦੋਂ ਅਸੀਂ ਟੂ ਬੀ ਵੈਰੀ ਓਨੈਸਟ ਜਦੋਂ ਅਸੀਂ 11ਵੀਂ 12ਵੀਂ 'ਚ ਹੁੰਦੇ ਸੀ, ਸਾਨੂੰ ਕੋਈ ਪੁੱਛਦਾ ਸੀ ਕਿ ਵੱਡੇ ਹੋ ਕੇ ਕੀ ਕਰਨਾ ਹੈ, ਅਸੀਂ ਕਹਿੰਦੇ ਸੀ ਡਾਕਟਰ ਬਣਾਂਗਾ, ਇੰਜੀਨੀਅਰ ਬਣਾਂਗਾ। ਅੱਜ ਕੱਲ੍ਹ ਬੱਚੇ ਕਹਿੰਦੇ ਆਇਲਸ ਕਰ ਰਹੇ ਹਾਂ, ਹੈ ਨਾ, ਕੈਨੇਡਾ ਜਾਵਾਂਗਾ। ਚਲੋ ਗੁੱਡ ਹੈ, ਚਲੋ ਵਧੀਆ ਹੈ। ਇਹਦੇ 'ਚ ਇੱਦਾਂ ਹੈ ਕਿ ਦੇਖੋ ਮੈਂ ਜਦੋਂ ਬੱਚੇ ਨੇ 12ਵੀਂ ਕਰ ਲਈ ਉਸ ਤੋਂ ਬਾਅਦ ਜਦੋਂ ਚਲੋ ਆਇਲਸ ਵੀ ਕਰ ਲਿਆ, ਆਇਲਸ ਵਿੱਚ ਨੰਬਰ ਠੀਕ ਆ ਗਏ, ਹੁਣ ਤੁਹਾਨੂੰ ਨਹੀਂ ਪਤਾ ਕਿ ਫਰਦਰ ਆਪਾਂ ਕੀ ਕਰਨਾ ਹੈ। ਠੀਕ ਹੈ, ਫਰਦਰ ਇੱਦਾਂ ਹੈ ਕਿ ਫਰਦਰ ਚਲੋ ਜਾਣਾ ਤਾਂ ਤੁਸੀਂ ਪੜ੍ਹਨਾ ਹੈ ਕੈਨੇਡਾ, ਤੇ ਉਹ ਕਾਲਜ ਕਿੱਦਾਂ ਦਾ ਚੂਜ਼ ਕਰਨਾ ਹੈ ਤੇ ਕੋਰਸ ਕਿੱਦਾਂ ਦਾ ਲੈਣਾ ਹੈ, ਉਹਦੇ ਲਈ ਤੁਸੀਂ ਇਹੋ ਜਿਹੇ ਕੰਸਲਟੈਂਟ ਕੋਲ ਜਾਓ ਜਿੱਥੇ ਤੁਹਾਨੂੰ ਲੱਗਦਾ ਕਿ ਵੀ ਹਾਂ ਇਹਨੂੰ ਆਪ ਨੂੰ ਪਤਾ ਹੈ, ਆਪ ਪੜ੍ਹਿਆ ਲਿਖਿਆ ਹੈਗਾ, ਇਹਨੂੰ ਮੇਰਾ ਜੇ ਮੈਂ ਕਿਸੇ ਕੋਰਸ ਵਿੱਚ ਜਾ ਰਿਹਾ, ਜੇ ਮੈਂ ਸਪਲਾਈ ਚੇਨ ਮੈਨੇਜਮੈਂਟ 'ਚ ਬੱਚੇ ਬਹੁਤ ਜਾਂਦੇ ਤੇ ਜ਼ਿਆਦਾ ਨੂੰ ਮਤਲਬ ਵੀ ਪਤਾ ਸਪਲਾਈ ਚੇਨ ਮੈਨੇਜਮੈਂਟ ਦਾ ਕੀ ਹੁੰਦਾ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਜਿਹੜੇ ਕਾਲਜ ਮੈਨੂੰ ਭੇਜ ਰਿਹਾ ਹੈ ਉਹ ਕਾਲਜ ਮਤਲਬ ਇਜ਼ ਇਟ ਅ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਟ, ਤੇ ਜੇ ਮੈਂ ਉੱਥੇ ਜਾਵਾਂਗਾ ਮੈਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਠੀਕ ਹੈ, ਉਹ ਸਾਰੀ ਚੀਜ਼ਾਂ ਮਤਲਬ ਉਹਦੇ ਲਈ ਤੁਸੀਂ ਪਹਿਲਾਂ ਆਪਣੇ ਲਈ ਵਧੀਆ ਕੰਸਲਟੈਂਟ ਚੂਜ਼ ਕਰੋ, ਪੜ੍ਹਿਆ ਲਿਖਿਆ ਕੰਸਲਟੈਂਟ ਚੂਜ਼ ਕਰੋ, ਲਾਇਸੈਂਸਡ ਕੰਸਲਟੈਂਟ ਚੂਜ਼ ਕਰੋ। ਠੀਕ ਹੈ, ਉਸ ਤੋਂ ਬਾਅਦ ਕਰੀਅਰ ਕਾਉਂਸਲਰ ਵੀ ਹੈਗੇ ਨੇ, ਕਰੀਅਰ ਕਾਉਂਸਲਰਸ ਦੇ ਡੂਇੰਗ ਗੁੱਡ ਜੌਬ, ਆਈ ਡੋਂਟ ਲਾਈਕ ਕੰਡੈਮ ਐਨੀਬਡੀਜ਼ ਵਰਕ। ਕਰੀਅਰ ਕਾਉਂਸਲਰਸ ਬੱਚਿਆਂ ਨੂੰ, ਕਿਉਂਕਿ ਜਿਹੜਾ ਬੱਚਾ ਹੈਗਾ ਜਿਹੜਾ 15-16 ਸਾਲ ਦਾ ਬੱਚਾ ਹੁੰਦਾ ਹੈ, 17 ਦਾ 12ਵੀਂ ਕਰ ਲਈ, ਉਦੋਂ ਬੱਚਾ ਤਾਂ ਆਪਣੀ ਟੀਨੇਜ 'ਚ ਹੈ, ਉਹਨੂੰ ਇੰਨਾ ਨਹੀਂ ਪਤਾ ਹੁੰਦਾ, ਕਨਫਿਊਜ਼ਡ ਹੁੰਦਾ ਹੈ, ਉਦੋਂ ਚਲੋ ਪੇਰੈਂਟਸ ਦੀ ਵੀ ਰਿਸਪੌਂਸਿਬਿਲਿਟੀ ਹੈ ਐਟ ਸਰਟਨ ਲੈਵਲ। ਅੱਜ ਕੱਲ੍ਹ ਚਲੋ ਚਾਹੇ ਜ਼ਮਾਨਾ ਬਦਲ ਗਿਆ, ਬੱਚਿਆਂ ਨੂੰ ਆਪ ਨੂੰ ਕਾਫੀ ਕੁਝ ਪਤਾ ਹੈ, ਬਟ ਐਟ ਸਰਟਨ ਲੈਵਲ ਪੇਰੈਂਟਸ should consult somebody, some career counselor, or should choose a good consultant for their kids, ਜਿਹਦਾ ਇਹ ਪਤਾ ਹੈ ਕਿ ਵੀ ਚਲੋ ਉਹਨੂੰ ਸਿਰਫ ਇਹ ਮਕਸਦ ਨਹੀਂ ਹੈ ਕਿ ਵੀ ਇਹਨੂੰ ਕਿਸੇ ਤਰੀਕੇ ਕੈਨੇਡਾ ਭੇਜ ਦੇਵਾਂ, ਉਹਨੂੰ ਅੱਗੇ ਤੱਕ ਮਕਸਦ ਹੈ ਕਿ ਇਹ ਬੱਚੇ ਨੂੰ ਕੈਨੇਡਾ ਲੈ ਜਾਣਾ ਹੈ। ਚਲੋ ਜੇ ਕੱਲ੍ਹ ਨੂੰ ਉਹਨੂੰ ਮੇਰੀ ਹੋਰ ਫਰਦਰ ਅੱਗੇ ਲੋੜ ਪੈਣੀ ਹੈ ਤੇ ਮੈਂ ਅਵੇਲੇਬਲ ਹੋਣਾ ਹੈ, ਤੇ ਇਹਨੂੰ ਕੋਰਸ ਵੀ ਮੈਂ ਵਧੀਆ ਲੈ ਕੇ ਦੇਣਾ ਹੈ ਨਾ, ਕਿ ਤਾਂ ਕਿ ਉਹਦੇ ਪੜ੍ਹੇ ਲਿਖੇ ਦਾ ਉਹਨੂੰ ਫਾਇਦਾ ਹੋਵੇ, ਚਾਹੇ ਉਹ ਫਰਦਰ ਕੈਨੇਡਾ ਸੈਟਲ ਹੋਣਾ ਚਾਹੁੰਦਾ, ਚਾਹੇ ਇੰਡੀਆ ਵਾਪਸ ਆਉਣਾ ਚਾਹੁੰਦਾ, ਆ ਕੇ ਕੰਮ ਕਰਨਾ ਚਾਹੁੰਦਾ, ਕਿਧਰੇ ਵੀ ਹੋਰ ਜਾਣਾ ਚਾਹੁੰਦਾ, ਪਰ ਉਹਨੇ ਜਿਹੜਾ ਟਾਈਮ ਉੱਥੇ ਲਾਇਆ, ਸਾਲ 2 ਸਾਲ 3 ਸਾਲ, ਤੇ ਜਿਹੜੇ ਉਹਦੇ ਪੇਰੈਂਟਸ ਦੇ ਪੈਸੇ ਖਰਚ ਹੋਏ ਉਹ ਕਿਸੇ ਵਰਥ ਲੱਗਣ, ਹੈ ਨਾ, ਉਹਨਾਂ ਦਾ ਕੋਈ ਮੁੱਲ ਪਵੇ, ਇਦਾਂ ਨਹੀਂ ਹੋਏ ਕਿ ਤੁਹਾਨੂੰ ਕਰਨ ਨੂੰ ਲੱਗੇ ਕਿ ਇਹ ਕੀ ਕਰ ਲਿਆ, ਹੈ ਨਾ, ਵੇਸਟੇਜ ਹੋ ਗਈ। ਹਾਂਜੀ, ਮੇਰਾ ਮੋਟਿਵ ਤਾਂ ਇਹ ਹੈ, ਬਾਕੀ ਰੱਬ ਹੱਥ। ਸਰ ਐਸ ਫਾਰ ਐਜ਼ ਆਈਲੈਟਸ ਆਰ ਕੰਸਰਨਡ, ਜਿੱਦਾਂ ਆਈਲੈਟਸ ਦੀ ਅੱਜ ਕੱਲ੍ਹ ਲੋਕ ਟ੍ਰੇਨਿੰਗ ਕਰਦੇ ਆ, ਤੁਸੀਂ ਕੀ ਸੋਚਦੇ ਹੋ ਕਿ ਅਗਰ ਸਕੂਲਾਂ ਦਾ ਲੈਵਲ ਹੀ ਜਿਹੜੇ ਪੰਜਾਬ ਦੇ ਸਕੂਲ ਹੈਗੇ ਆ ਉਹਨਾਂ ਦਾ ਲੈਵਲ ਹੀ ਉਹੋ ਜਿਹਾ ਹੋ ਜਾਵੇ ਵੀ ਉਹ ਪਹਿਲਾਂ ਤੋਂ ਹੀ ਆਪਣੇ ਬੱਚਿਆਂ ਨੂੰ ਪਰਿਪੱਕ ਕਰਦੇ ਨੇ? ਨੋ ਡਾਊਟ ਕਿ ਕਹਿੰਦੇ ਇੰਗਲਿਸ਼ ਸਪੀਕਿੰਗ ਸਕੂਲ 'ਚ ਅਸੀਂ ਲਾਏ ਆ,
ਪਰ ਫਿਰ ਵੀ ਉਹਨਾਂ ਨੂੰ ਆਈਲੈਟਸ ਕਰਨੀ ਪੈ ਰਹੀ ਹੈਗੀ ਆ, ਫਿਰ ਵੀ ਉਹਨਾਂ ਨੂੰ ਇਸ ਪ੍ਰੋਸੈਸ ਤੋਂ ਨਿਕਲਣਾ ਪੈ ਰਿਹਾ। ਕੀ ਕਹਿਣਾ ਚਾਹੋਗੇ ਕਿ ਸਾਡੇ ਸਰਕਾਰੀ ਸਕੂਲਸ ਆ ਜਿਹੜੇ, ਉਹਨਾਂ ਨੂੰ ਵੀ ਇੱਕ ਪਾਸੇ ਕਹਿ ਰਹੇ ਕਿ ਅਸੀਂ ਇਹਨਾਂ ਨੂੰ ਇੰਨਾ ਚੱਕਤਾ ਕਿ ਅਗਰ ਉਹ ਕਹਿੰਦੇ ਸਰਕਾਰੀ ਸਕੂਲਾਂ ਵਾਲੇ ਬੱਚੇ ਆ ਤਾਂ ਫਿਰ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਉਹ ਚੀਜ਼ਾਂ ਨਹੀਂ ਆਉਂਦੀਆਂ। ਕੀ ਕਹਿਣਾ ਚਾਹੋਗੇ ਕਿ ਅਗਰ ਸਕੂਲਾਂ ਤੋਂ ਹੀ ਲੈਵਲ ਵਧੀਆ ਹੋ ਜਾਏ ਬੱਚਿਆਂ ਦਾ, ਤਾਂ ਫਿਰ ਜਿਹੜੀ ਹੈਗੀ ਇਹ ਚੀਜ਼ ਹੈਗੀ ਇੰਨੀ ਐਪੀਡੈਮਿਕ ਨਾ ਰਵੇ, ਔਰ ਆਰਾਮ ਨਾਲ ਉਹ ਸਕੂਲਾਂ ਦੇ ਵਿੱਚ ਹੀ ਸਿਲੇਬਸ ਦੇ ਵਿੱਚ ਹੀ ਲਾ ਦੇਣ ਵੀ ਆਈਲੈਟਸ ਤੁਸੀਂ ਕਰਨੇ ਹੈ? ਦੇਖੋ ਇਦਾਂ ਗੱਲ ਹੈ ਕਿ ਚਲੋ ਆਪਾਂ ਸਿਲੇਬਸ ਵਿੱਚ ਤੇ ਨਹੀਂ ਲਵਾ ਸਕਦੇ ਆਪਣੇ ਇੱਥੋਂ ਦੇ ਚ, ਕਿਉਂਕਿ ਚਲੋ ਹੁਣ ਜਿੱਦਾਂ ਇੰਗਲਿਸ਼ ਹੈ ਸਮਝੋ ਇੰਟਰਨੈਸ਼ਨਲ ਲੈਂਗੁਏਜ ਹੈ, ਤੇ ਹੁਣ ਕੈਨੇਡਾ ਜੇ ਚਾਹ ਰਿਹਾ ਕਿ ਬੱਚਾ ਜਦੋਂ ਇੱਥੇ ਆ ਰਿਹਾ ਤੇ ਕੋਈ ਵੀ ਬੰਦਾ, ਚਾਹੇ ਬੱਚਾ ਪੜ੍ਹਨ ਜਾ ਰਿਹਾ ਜਾਂ ਬੰਦਾ ਇਮੀਗ੍ਰੇਟ ਹੋ ਕੇ ਜਾ ਰਿਹਾ ਹੈ, PR ਹੋ ਕੇ ਜਾ ਰਿਹਾ ਇੱਥੋਂ, ਉਹ ਕਹਿੰਦੇ ਕਿ ਚਲੋ ਤੁਸੀਂ ਆਇਲਸ ਵਿੱਚ ਇੱਕ ਸਰਟਨ ਨੰਬਰ ਇੰਨੇ ਕੁ ਲਿਆਓ ਤਾਂ ਕਿ ਜਿੱਥੋਂ ਮਤਲਬ ਇੰਨੇ ਕੁ ਬੈਂਡਸ ਲਓ, ਜਿੱਥੋਂ ਸਾਨੂੰ ਇਹ ਸਰਟਨ ਹੋ ਜਾਏ ਕਿ ਇਹ ਬੰਦਾ ਜਦੋਂ ਆਊਗਾ ਇੱਥੇ ਇੰਗਲਿਸ਼ ਬੋਲ ਸਮਝ ਸਕਦਾ, ਕਿਉਂਕਿ ਉੱਥੋਂ ਦੀ ਭਾਸ਼ਾ ਅੰਗਰੇਜ਼ੀ। ਠੀਕ ਹੈ, ਹੁਣ ਜਿਹੜਾ ਹੈ ਕਿ ਵੀ ਹੁਣ ਆਪਾਂ ਲਾਈਏ ਕਿ ਵੀ ਬੱਚਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ, ਐਦਾਂ ਨਹੀਂ ਹੈ ਕਿ ਸਿਰਫ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ, ਚੰਗੇ ਸਕੂਲ ਜਿਨ੍ਹਾਂ 'ਚ ਪੜ੍ਹਾਈ ਦਾ ਮਤਲਬ ਜਿਹੜਾ ਜ਼ਰੀਆ ਹੈਗਾ ਅੰਗਰੇਜ਼ੀ ਹੈਗਾ, ਉੱਥੋਂ ਦੇ ਬੱਚਿਆਂ ਨੂੰ ਵੀ ਪ੍ਰੋਬਲਮ ਹੋ ਰਹੀ ਹੈ। ਉਹ ਪ੍ਰੋਬਲਮ ਹੈ, ਉਹਦਾ ਕਾਰਨ ਹੈ ਕਿ ਵੀ ਆਪਾਂ ਆਪਣੀ ਡੇਲੀ ਰੂਟੀਨ 'ਚ ਇੰਗਲਿਸ਼ ਲੈਂਗੁਏਜ ਨਹੀਂ ਯੂਜ਼ ਕਰਦੇ, ਹੈ ਨਾ। ਜੇ ਤੁਸੀਂ ਡੇਲੀ ਰੂਟੀਨ 'ਚ ਇੰਗਲਿਸ਼ ਲੈਂਗੁਏਜ ਯੂਜ਼ ਕਰੋ ਤੇ ਫਿਰ ਇੰਨੀ ਪ੍ਰੋਬਲਮ ਨਹੀਂ ਆਉਂਦੀ। ਜਿਹੜਾ ਆਇਲਸ ਹੈਗਾ, ਆਇਲਸ ਦਾ ਐਗਜ਼ਾਮ ਟੈਕਨੀਕਲ ਐਗਜ਼ਾਮ ਹੁੰਦਾ, ਉਹਦੇ 'ਚ ਇੰਨਾ ਥੋੜਾ ਜਿਹਾ ਜਿੱਦਾਂ ਲੋਕੀ ਉਹਨੂੰ ਕਿਸੇ ਹੋਰ ਤਰੀਕੇ ਦੇਖਦੇ ਆ ਕਿ ਵੀ ਜਿੱਦਾਂ ਐਸੇ ਯਾਦ ਕਰੀ ਜਾਣਗੇ, ਹੈ ਨਾ, ਲੋਕੀ ਕਰਾਈ ਜਾਂਦੇ ਆ, ਰਟਾਈ ਜਾਂਦੇ ਆ, ਉਹ ਸਾਰੀ ਚੀਜ਼ ਤੁਹਾਨੂੰ ਇੱਕ ਇੰਗਲਿਸ਼ ਲੈਂਗੁਏਜ ਦੀ ਸਮਝ ਹੋਣੀ ਚਾਹੀਦੀ ਹੈ। ਲਿਖੋ ਤੁਸੀਂ ਚਾਹੇ ਜਿੰਨਾ ਮਰਜ਼ੀ ਸਿੰਪਲ, ਇਹ ਲੈਂਗੁਏਜ ਦਾ ਟੈਸਟ ਹੈ, ਨੌਲੇਜ ਦਾ ਟੈਸਟ ਨਹੀਂ ਹੈ। ਇਹ ਨਹੀਂ ਹੈ ਵੀ ਚਲੋ ਜਿੱਦਾਂ ਐਸੇ ਲਿਖਣਾ ਆਉਂਦਾ ਹੈ ਕਿ ਫਿਰ ਤੁਸੀਂ ਸੋਚਣ ਬੱਚੇ ਬੈਠ ਜਾਣ ਕਿ ਮੈਨੂੰ ਤਾਂ ਟੌਪਿਕ ਤੇ ਕੁਝ ਆਉਂਦਾ ਹੀ ਨਹੀਂ ਸੀ। ਕੁਝ ਵੀ ਲਿਖੋ ਆਪਣੇ ਦਿਲ ਚੋਂ, ਜੋ ਵੀ ਤੁਹਾਨੂੰ ਜਿੱਦਾਂ ਉਹ ਸਮਝ ਆ ਰਿਹਾ ਉੱਦਾਂ ਲਿਖੋ, ਪਰ ਲਿਖੋ ਸਹੀ, ਹੈ ਨਾ, ਸਿੰਪਲ ਇੰਗਲਿਸ਼ ਬਟ ਗੁੱਡ ਇੰਗਲਿਸ਼। ਤੇ ਉਹਨੂੰ ਜਿੱਦਾਂ ਜੇ ਤੁਸੀਂ ਕਹਿੰਦੇ ਕਿ ਆਇਲਸ ਨੂੰ ਮੈਂ ਕਰੈਕ ਕਰਨਾ ਹੈ, ਉਹਦਾ ਆਇਲਸ ਨੂੰ ਕਰੈਕ ਕਰਨ ਦਾ ਤਰੀਕਾ ਇਹ ਹੈ ਕਿ ਆਪਣੀ ਡੇਲੀ ਲਾਈਫ 'ਚ ਇੰਗਲਿਸ਼ ਯੂਜ਼ ਕਰੋ। ਜੇ ਤੁਸੀਂ ਸੋਚਦੇ ਹੋ ਕਿ ਮੇਰਾ ਬੱਚਾ 11ਵੀਂ 'ਚ, ਮੈਂ ਚਾਹੁੰਦਾ ਕਿ 12ਵੀਂ ਤੋਂ ਬਾਅਦ ਇਹਨੂੰ ਮੈਂ ਕੈਨੇਡਾ ਭੇਜਾਂ, ਚਲੋ ਆਇਲਸ ਵੀ ਮੈਂ ਕਰਾਣਾ, ਤੇ ਫਿਰ ਤੁਸੀਂ ਇਦਾਂ ਦਾ ਹਿਸਾਬ ਕਿਤਾਬ ਬਣਾਓ ਕਿ ਵੀ ਐਵਰੀ ਡੇ ਤੁਸੀਂ ਆਪਣੇ ਘਰ 'ਚ ਇੰਗਲਿਸ਼ ਬੋਲਣੀ ਹੈ ਨਾ। ਤੁਸੀਂ ਆਪ ਵੀ ਕੋਸ਼ਿਸ਼ ਕਰੋ। ਆਪਾਂ ਆਪਣੇ ਬੱਚਿਆਂ ਲਈ ਨਰਸਰੀ ਤੋਂ ਕੋਸ਼ਿਸ਼ ਕਰਦੇ, ਆਪਣੀ ਕੰਟਰੀ ਤਾਂ ਆਪਾਂ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੇ ਹਾਂ, ਹੈ ਨਾ। ਹੋਰ ਕੰਟਰੀਜ਼ ਵਿੱਚ ਇੰਨਾ ਕੁਝ ਨਹੀਂ ਹੁੰਦਾ, ਅਸੀਂ ਤਾਂ ਮਤਲਬ ਬੱਚਾ ਬੋਲਣ ਬਾਅਦ 'ਚ ਲੱਗਦਾ ਪਹਿਲਾਂ ਪਾਰਟਸ ਆਫ ਬਾਡੀ ਸਿਖਾਉਣ ਲੱਗ ਜਾਂਦੇ, ਹੈ ਨਾ। ਤਾਂ ਕਰਕੇ ਇੱਦਾਂ ਕਿ ਵੀ ਆਪਾਂ ਆਪਣੇ ਬੱਚੇ ਨੂੰ ਉਸ ਹਿਸਾਬ ਨਾਲ ਤਿਆਰ ਕਰੀਏ ਕਿ ਵੀ ਹਾਂ 2 ਸਾਲ ਬਾਅਦ ਇਹਨੇ ਆਇਲਸ ਦਾ ਐਗਜ਼ਾਮ ਦੇਣਾ ਹੈ, ਉਦੋਂ ਇਹਦੀ ਤਿਆਰੀ ਬਾਕੀ ਸਬਜੈਕਟਸ ਦੇ ਨਾਲ ਇੰਗਲਿਸ਼ ਦੀ ਵੀ ਹੋਵੇ, ਹੈ ਨਾ। ਇੰਗਲਿਸ਼ ਇਹਨੂੰ ਓਪਰੀ ਨਾ ਲੱਗੇ। ਜੇ ਕੋਈ ਇਹਨੂੰ ਇੰਗਲਿਸ਼ 'ਚ ਬੁਲਾ ਰਿਹਾ ਤੇ ਬੱਚਾ ਕੌਨਫੀਡੈਂਟਲੀ ਜਵਾਬ ਦੇ ਸਕੇ। ਉਹ ਕੌਨਫੀਡੈਂਟਲੀ ਜਵਾਬ ਦੇਣਾ ਹੁੰਦਾ। ਸਪੀਕਿੰਗ ਐਗਜ਼ਾਮ ਜਿਹੜਾ ਹੁੰਦਾ 5 ਮਿੰਟ ਦੀ ਗੱਲ ਹੈ, ਤੇ ਉਹਦੇ 'ਚ ਜੇ ਬੱਚਾ ਕੌਨਫੀਡੈਂਟਲੀ ਸਹੀ ਜਵਾਬ ਦਿੰਦਾ ਹੈ ਤੇ ਪਾਰ ਹੋ ਜਾਂਦਾ ਹੈ। ਉਹ ਇੱਕ ਹਊਆ ਬਣਾਇਆ ਹੈ ਆਇਲਸ ਨੂੰ ਨਾ, ਬਹੁਤ ਵੱਡਾ ਹਊਆ ਬਣਾਇਆ ਹੋਇਆ ਹੈ, ਬਿਜ਼ਨਸ ਵੀ ਬਣਾਇਆ ਹੋਇਆ ਬਹੁਤ ਵੱਡਾ। ਤੇ ਚਲੋ ਠੀਕ ਹੈ, ਜਿਹੜਾ ਬੰਦਾ ਜੋ ਕਰ ਰਿਹਾ, ਜੋ ਆਇਲਸ ਪੜ੍ਹਾ ਰਿਹਾ, ਵਧੀਆ ਕਰ ਰਹੇ ਨੇ, ਬਹੁਤ ਵਧੀਆ ਬੱਚਿਆਂ ਨੂੰ ਤਿਆਰ ਕਰਕੇ ਬਾਹਰ ਭੇਜ ਰਹੇ ਨੇ। ਬਟ ਆਈ ਥਿੰਕ ਕਿ ਐਟ ਸਰਟਨ ਲੈਵਲ ਇੱਦਾਂ ਚਾਹੀਦਾ ਹੈ ਕਿ ਵੀ ਉਹਨੂੰ ਥੋੜਾ ਪ੍ਰੈਕਟੀਕਲੀ ਪੜ੍ਹਾਇਆ ਜਾਵੇ, ਰਾਦਰ ਦੈਨ ਕੁਝ ਚੀਜ਼ਾਂ ਯਾਦ ਕਰਾਈ ਜਾਂਦੇ ਨੇ ਕਿ ਇਹੀ ਫਰੇਜ਼ ਲਿਖਣੀ ਹੈ ਨਾ, ਇਹੀ ਐਸੇ ਲਿਖਣਾ। ਚਲੋ ਮੈਂ ਮੰਨਦੀ ਹਾਂ ਕਿ ਕੁਝ ਬੱਚਿਆਂ ਲਈ ਜ਼ਰੂਰੀ ਹੁੰਦਾ ਹੋਊਗਾ ਜਿਨ੍ਹਾਂ ਨੂੰ ਇੰਗਲਿਸ਼ ਲੈਂਗੁਏਜ ਦੀ ਬਿਲਕੁਲ ਵੀ ਨੌਲੇਜ ਨਹੀਂ, ਜਿਹੜੇ ਆਪਣੇ ਕੋਲ ਕੋਈ ਆਈਡੀਆ ਨਹੀਂ ਕ੍ਰੀਏਟ ਕਰ ਸਕਦੇ। ਪਰ ਜਿਹੜੇ ਬੱਚੇ ਆਪਣੇ ਕੋਲੋਂ ਆਈਡੀਆ ਕ੍ਰੀਏਟ ਕਰ ਸਕਦੇ ਆ, ਉਹਨਾਂ ਨੂੰ ਬਸ ਇਹ ਦੱਸਿਆ ਜਾਵੇ ਕਿ ਦੇਖ ਇੱਦਾਂ ਇੱਕ ਟੈਕਨੀਕਲ ਐਗਜ਼ਾਮ ਹੈ, ਇਹਦੇ 'ਚ ਇਹ ਇੱਦਾਂ ਕੁਝ ਲਿਖਣਾ, ਉਸ ਤੋਂ ਬਾਅਦ ਆਪ ਸੋਚ ਕੇ ਲਿਖ, ਹੈ ਨਾ। ਇਹ ਨਹੀਂ ਕਿ ਇਹਨੂੰ ਯਾਦ ਕਰ ਲੈ। ਬਸ ਜੇ ਪ੍ਰੈਕਟੀਕਲੀ ਕਰ ਦੇਂਗੇ ਤੇ ਸਾਰੇ ਕਰ ਜਾਣਗੇ। ਐਡੀ ਕੋਈ ਔਖੀ ਗੱਲ ਨਹੀਂ ਹੈ ਜੀ। ਮੈਂ 3 ਵਾਰ ਦਿੱਤਾ ਹੈ, 3 ਵਾਰ ਡਿਜ਼ਾਇਰਡ ਸਕੋਰ ਲਿਆ। ਹਾਂਜੀ, ਮੈਂ ਪੜ੍ਹਨ ਲਈ ਵੀ ਦਿੱਤਾ ਹੈ, ਮੈਂ ਇਮੀਗ੍ਰੇਸ਼ਨ ਲਈ ਵੀ ਦਿੱਤਾ ਹੈ, ਤੇ ਬਹੁਤ ਸਾਲ ਪੜ੍ਹਾਈ ਛੱਡਣ ਤੋਂ ਬਾਅਦ ਦਿੱਤਾ ਤੇ ਡਿਜ਼ਾਇਰਡ ਸਕੋਰ ਲਿਆ। ਕੋਈ ਐਡੀ ਗੱਲ ਨਹੀਂ ਹੈ। ਹਾਂਜੀ ਡਾਕਟਰ ਅਮਨ, ਯੂ ਆਰ ਅ ਡਾਕਟਰ, ਯੂ ਆਰ ਅ ਡਾਕਟਰ, ਔਰ ਤੁਹਾਡਾ ਲੈਵਲ ਜਿਹੜੇ ਵੈਟਰਨਰੀ ਦੇ ਡਾਕਟਰ ਹੁੰਦੇ ਆ, ਉਹਦਾ MBBS ਦੀ ਪੜ੍ਹਾਈ ਜਿਹੜੀ ਹੈਗੀ ਤਕਰੀਬਨ ਸੇਮ ਹੋ ਗਈ। ਤੁਸੀਂ ਤਾਂ ਇੱਕ ਤੁਹਾਡੇ ਨਾਲ ਲੈਵਲ ਜਿਹੜਾ ਤੁਹਾਡਾ, ਚਾਹੇ ਤੁਸੀਂ ਕਿੰਨੇ ਚਿਰ ਮਰਜ਼ੀ ਛੱਡਿਆ ਰਹਿੰਦਾ ਤੁਹਾਡਾ, ਕਿਉਂਕਿ ਤੁਸੀਂ ਸਾਰਾ ਇੰਗਲਿਸ਼ ਵਿੱਚ ਪੜ੍ਹ ਕੇ ਔਰ ਪੂਰਾ ਜਿਹੜਾ ਹੈਗਾ ਕ੍ਰੀਏਟਿਵ ਸੀਗੇ। ਡਾਕਟਰ ਅਮਨ, ਅਸੀਂ ਇਸ ਚੈਨਲ 'ਤੇ ਤੁਹਾਡੇ ਨਾਲ ਬਣੇ ਰਹਾਂਗੇ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਬੜੀ ਵੱਡੀ ਤੁਹਾਡੇ ਕੋਲ ਤੁਸੀਂ ਬੁੱਕ ਹੋ, ਇਹਦੇ 'ਚ ਬੜਾ ਚੀਜ਼ਾਂ ਪੜ੍ਹਨੀਆਂ ਸੀ, ਔਰ ਅਸੀਂ ਚਾਹਾਂਗੇ ਕਿ ਪੰਜਾਬ+ ਚੈਨਲ ਦੇ ਮਾਧਿਅਮ 'ਤੇ ਅਸੀਂ ਤੁਹਾਡੇ ਵਰਗੇ ਜਿਹੜੇ ਹੋਣਹਾਰ ਇਮੀਗ੍ਰੇਸ਼ਨ ਕੰਸਲਟੈਂਟ ਨੇ, ਜਿਨ੍ਹਾਂ ਦੇ ਕੋਲੇ ਨੌਲੇਜ ਹੈਗੀ ਹੈ, ਜਿਨ੍ਹਾਂ ਨੂੰ ਪਤਾ ਹੈਗਾ ਜਿਸ ਤਰੀਕੇ ਨਾਲ ਤੁਸੀਂ ਅੱਜ ਬੜੀ ਸਿੰਪਲਿਸਿਟੀ ਦੇ ਨਾਲ ਇਮੀਗ੍ਰੇਸ਼ਨ ਉਹਦੇ ਆਈਲੈਟਸ ਬਾਰੇ ਵੀ ਗੱਲ ਕਲੀਅਰ ਕੀਤੀ ਕਿ ਯੂ ਹੈਵ ਟੂ ਕ੍ਰੀਏਟ ਦੀ ਆਈਡੀਆਜ਼। ਤੁਸੀਂ ਬੈਠ ਕੇ ਆਈਡੀਆ ਕ੍ਰੀਏਟ ਕਰੋ ਕਿ ਕਿੱਦਾਂ ਤੁਸੀਂ ਇੰਗਲਿਸ਼ ਦੀ ਕ੍ਰੀਏਸ਼ਨ ਤੁਹਾਡੀ ਮਾਈਂਡ ਦੇ ਵਿੱਚ ਆਵੇ। ਤੁਸੀਂ ਉਹਨਾਂ ਚੀਜ਼ਾਂ ਨੂੰ ਲਿਖੋ, ਬੈਠ ਕੇ ਲਿਖੋ, ਤੁਸੀਂ ਕਮੈਂਟਰੀਆਂ ਸੁਣੋ, ਇੰਗਲਿਸ਼ ਦੇ ਅਖਬਾਰ ਪੜ੍ਹੋ, ਘਰ ਦੇ ਵਿੱਚ ਵੀ ਇੰਗਲਿਸ਼ ਸਪੀਕਿੰਗ ਦੇ ਵਿੱਚ ਕੋਈ ਹੈਜੀਟੇਸ਼ਨ ਨਹੀਂ ਕਰੋ, ਬੋਲੋ, ਫੋਨਾਂ ਦੇ ਉੱਤੇ ਗੱਲ ਇੰਗਲਿਸ਼ 'ਚ ਕਰੋ।
ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ ਮੈਨੂੰ ਇਹ ਮੌਕਾ ਦੇਣ ਲਈ। ਆਈ ਐਮ ਸੋ ਗ੍ਰੇਟਫੁਲ ਟੂ ਯੂ।